ਇਹਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਗਈਆਂ। ਕਾਨੂੰਨ ਦੇ ਮੁਤਾਬਕ ਹੋਏ ਤਾਂ ਸਾਨੂੰ ਜੁੱਤੀਆਂ ਵੀ ਮਾਰਨ ਤੇ ਅਸੀਂ ਤਿਆਰ ਆ। ਅਦਾਲਤਾਂ ਕਾਹਦੇ ਲਈ ਬਿਠਾਈਆਂ ਨੇ? ਇਹਨਾਂ ਨੂੰ ਕਿਹੜੇ ਕਾਨੂੰਨ ਨੇ ਇਖਤਿਆਰ ਦਿੱਤਾ ਕਿ ਤੁਸੀਂ ਦਰਵਾਜ਼ੇ ਤੋੜੋ? ਵੀ ਕੁਝ ਕੇਸ ਨਹੀਂ ਫੜਦੇ ਜਿਹਨੂੰ ਪੁਲਿਸ ਦਾ ਨਾਮ ਕਿਉਂ ਕਿ ਮੇਰੇ ਨਾਲ ਇੰਨਾ ਜ਼ੁਲਮ ਹੋਏ। ਪਾਕਿਸਤਾਨ ਰਹੀਏ ਜਾਂ ਨਾ ਰਹੀਏ, ਮੈਂ ਸੋਚਣ ਤੇ ਪਰੇਸ਼ਾਨ ਆ ਕਿ ਮੈਂ ਇੱਥੇ ਮਜ਼ੀਦ ਕੰਮ ਕਰਾਂ ਜਾਂ ਨਾ ਕਰਾਂ। ਤੇ ਮੇਰੇ ਨਾਲ ਇਹੋ ਜਿਹਾ ਜ਼ੁਲਮ ਹੋਈ ਇਹਨਾਂ ਦਾ ਸਰ ਆਮ ਬੰਦੇ ਦਾ ਕੀ ਹੋਣਾ ਹੈ? ਤਾਰਕ ਸਾਹਿਬ ਕੋਲ ਨਹੀਂ ਹੱਲ ਹੋਇਆ, ਕਮਾਨ ਸਾਹਿਬ ਕੋਲ ਨਹੀਂ ਹੱਲ ਹੋਇਆ। ਸਾਨੂੰ ਨਾਲ ਹੋ ਕੇ ਜੁੱਤੀਆਂ ਪਵਾਉਣੀਆਂ, ਅਸੀਂ ਉਹਨਾਂ ਤੇ ਵੋਟਾਂ ਦੇ ਉੱਤੇ ਨਾਅਰੇ ਮਾਰੀਏ, ਸਾਡੇ ਨਾਲ ਇਹ ਸਲੂਕ ਹੋਈਏ। ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ। ਮੈਂ ਪਾਕਿਸਤਾਨ ਚ ਰਵਾਂ ਜਾਂ ਆਪਣਾ ਵੇਚ ਵਟ ਕੇ ਮੈਂ ਬਾਹਰ ਤੁਰ ਜਾ। CCTV ਦਾ ਨਾਂ ਲੈ ਕੇ ਮਿਸਯੂਜ਼ ਕਰਨ, ਸਾਨੂੰ ਡਰਾਉਣ। ਮੇਰੇ ਬੱਚੇ ਗਲਤੀ ਕੀਤੀ, ਮੈਂ ਤਾਵਨ ਕਰਨ ਨੂੰ ਤਿਆਰ ਹਾਂ, ਲੇਕਿਨ ਜਿਹੜਾ ਮੇਰੇ ਨਾਲ ਜ਼ੁਲਮ ਕਰਕੇ ਨੇ ਇਹਦਾ ਕੌਣ ਜ਼ਿੰਮੇਦਾਰ? ਇਤਮਾਦ ਹੈ। ਤੇ ਮੈਂ ਤੇ ਆਪਣਾ ਸਾਰਾ ਕੁਛ ਕੋਟੀਆਂ ਦੇ ਭਾਅ ਵੀ ਵੇਚ ਕੇ ਮੈਂ ਤੇ ਫਿਰ ਮੁਲਕ ਛੱਡ ਜਾਣਾ। ਇਹੋ ਜਿਹੇ ਮੁਲਕ ਚ ਰਹਿਣ ਦਾ ਫਾਇਦਾ ਜਿੱਥੇ ਨਾ ਤੁਹਾਡੀ ਇੱਜ਼ਤ ਮਹਿਫੂਜ਼ ਹੈ, ਜਿੱਥੇ ਨਾ ਤੁਹਾਡਾ ਮਾਲ ਮਹਿਫੂਜ਼। ਸਾਰਾ ਮਾਮਲਾ ਹੈ ਵੀ ਉਹਦੇ ਪਿਛਲਾ ਮਹੱਲੇ ਦੀ ਪੂਰੇ ਸਾਰਾ ਬਿਆਨ ਜਿਹੜਾ ਹੁਣ ਮੇਰੇ ਨਾਲ ਅੱਗੋਂ ਮਜ਼ੀਦ ਜ਼ੁਲਮ ਹੋਇਆ। ਸਾਰੇ 15 ਤਰੀਕ ਦੀ ਦਰਾਸਤ ਤੇ 16 ਤਰੀਕ ਦੀ FIR, 17 ਤਰੀਕ ਦੀ ਜ਼ਮਾਨਤ। ਜ਼ਮਾਨਤ ਤੋਂ ਬਾਅਦ ਮੇਰੇ ਘਰ ਹੈ ਜੀ ਚਾਦਰ ਤੇ ਚਾਰ ਦੀਵਾਰੀ ਦਾ ਇhtਰਾਮ ਪਮਾਲ ਹੋਇਆ, ਜਿਵੇਂ ਮੈਂ ਦਹਿਸ਼ਤ ਕਰਦਾ। ਮੈਂ ਕੋਈ ਕ੍ਰਿਮੀਨਲ ਬੰਦਾ ਵਾਂ। ਅੱਛਾ, ਕਿੰਨੇ ਤੁਹਾਡੇ ਘਰ ਕਿੰਨੇ ਲੋਕ ਆਏ ਨੇ? ਸਾਰੇ ਤਕਰੀਬਨ ਦਰਜਨ ਭਰ ਬਾਵਰਤੀ ਪੁਲਿਸ ਵਾਲੇ ਨੇ। ਠੀਕ ਹੈ। ਨਾਲ ਉਹਨਾਂ ਦੇ 5 ਕੁ ਬੰਦੇ ਦੂਸਰੇ ਨੇ ਜਿਹੜੇ ਸਾਡੀ ਲਹਿਨਪੁਰ ਬਲਾਦਰੀ ਤੋਂ ਨੇ। ਠੀਕ ਹੈ। ਇਹਨਾਂ ਚੋਂ 3 ਬੰਦਿਆਂ ਨੂੰ ਮੈਂ ਪਛਾਣਨਾ, 2 ਬੰਦੇ ਮੈਂ ਸਾਹਮਣੇ ਆਉਣ ਤੇ ਪਛਾਣ ਸਕਦਾ। ਠੀਕ ਹੈ। ਤੇ ਸਾਰੇ ਟੋਟਲ 16-17 ਬੰਦੇ ਟੋਟਲ 16-17 ਬੰਦੇ आए ने। और नाज़रीन 16-17 बंदे एक घर में रेड करने आ रहे हैं, क्या ये दहशतगर्द है? अभी मजीद बहुत सारी बातें इनसे हमने पूछनी है, जाननी है कि आखिर इसके पीछे वजह क्या थी, क्या कसूर है इनका, कौन सी दहशतगर्दी इन्होंने कर दी जो इनके घर के सामान को तबाह बर्बाद कर दिया गया। अच्छा जी, फिर सर हुण होया कि बंदे आए ने, बाहर वाला दरवाजे दी अंदरों कुंडी वजी है वड्डे दी, उन्होंने दरवाजा टप्पिया, कुंडी को खोली, अंदर आए ने। अंदर लकड़ी का दरवाजा बंद है, मेन डोर। उन्होंने ठुड्डे मारने शुरू किए ने, दरवाजा तोड़। अच्छा, लाक तेरा लग्या नहीं काम पे करदा, तू चुटकनी तुसीं देख सकदे हो जेहड़ी टुट गई। उस तो बाद अंदर आए ने सर जी। आंदियां साल सब नालों पहले इन्हां घर दे विच LCD ਤੇ ਸਿਕਿਉਰਿਟੀ ਕੈਮਰੇ ਦਾ DVR ਜਿਹੜਾ ਮੇਰੇ ਪਿੱਛੇ ਦੇਖ ਲਓ ਉਹਦੇ ਹਾਲਾਤ। ਇੱਥੇ ਕੀ ਲੱਗਾ ਸੀ? DVR ਤੇ LCD ਸੀ ਸਰ, ਜਿਹੜਾ ਲੈ ਗਏ LCD ਦਾ ਕੁੰਡਾ ਤੁਸੀਂ ਦੇਖ ਲਓ ਜੋ ਮਾਮਲਾ ਦੇ ਸਾਹਮਣੇ ਵੀ। DVR ਸਭ ਤੋਂ ਪਹਿਲੇ ਉਹਨਾਂ ਲਾਇਆ, ਉਸ ਤੋਂ ਬਾਅਦ ਜਿਹੜੀ ਅਲਮਾਰੀ ਹੈ ਇਹਨੂੰ। अच्छा जी, DVR किस लिए उतारा गया? हमने कारनामा सर अंजाम दिया वो बेनकाब ना हो सके। अच्छा जी, फिर ਸਰ ਉਸ ਤੋਂ ਬਾਅਦ ਜਿਹੜੀ ਥੱਲੇ ਅਲਮਾਰੀ ਪਈ ਹੈ ਉਹਨੂੰ ਬੁਰੀ ਤਰ੍ਹਾਂ ਤੋੜੇ। ਉਸ ਤੋਂ ਇਲਾਵਾ ਵਾਸ਼ਰੂਮ ਦੇ ਵਿੱਚ ਜਿਹੜੀਆਂ ਮਹਿੰਗੀਆਂ ਚੀਜ਼ਾਂ ਨਾ ਵੈਂਟੀ ਵਗੈਰਾ ਉਸ ਚੀਜ਼ ਨੂੰ ਉਹਨਾਂ ਤੋੜਿਆ, ਦਰਵਾਜ਼ੇ ਤੋੜੇ ਨੇ। ਸਾਡੇ ਘਰ 'ਚ ਫਰਿੱਜਾਂ ਸੁੱਟ ਦਿੱਤੀਆਂ ਨੇ, ਵਾਟਰ ਡਿਸਪੈਂਸਰ ਸੁੱਟ ਦਿੱਤੇ ਨੇ। ये ਅਸੀਂ ਸਾਰੀਆਂ ਚੀਜ਼ਾਂ ਦੇਖੀਆਂ ਨੇ। ਤਕਰੀਬਨ ਕਿੰਨਾ ਨੁਕਸਾਨ ਹੋਇਆ? ਸਾਡੇ ਹਿਸਾਬ ਨਾਲ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸਾਰੇ ਮਾਲ ਦੀ ਤੇ ਮੈਂ ਕੈਲਕੂਲੇਸ਼ਨ ਨਹੀਂ ਕੀਤੀ ਹੈ, ਲੇਕਿਨ ਜਿਹੜੀ ਹਰ ਘਰ ਦੇ ਵਿੱਚ ਜਮ੍ਹਾਂ ਪੂੰਜੀ ਹੁੰਦੀ ਹੈ ਤਕਰੀਬਨ 7 ਤੋਲਾ ਜ਼ੇਵਰਾਤ ਨੇ ਮੈਨੂੰ ਨਹੀਂ ਮਿਲੇ। ਜਿਹੜੇ ਤੋੜ ਫੋੜ ਤੋਂ ਇਲਾਵਾ ਜ਼ੇਵਰਾਤ ਵੀ ਲੈ ਗਏ ਨੇ। ਉਸ ਤੋਂ ਇਲਾਵਾ 2,70,000 ਰੁਪਇਆ ਕੈਸ਼ ਪਿਆ ਸੀ, ਉਹ ਵੀ ਮੈਨੂੰ ਨਹੀਂ ਮਿਲ ਰਿਹਾ। ਵਜ਼ੀਰ ਆਲਾ ਪੰਜਾਬ ਮੁਹਤਰਮ ਮਰੀਮ ਨਵਾਜ਼ਾ ਸਾਹਿਬ, IG ਪੰਜਾਬ DPO ਸਾਹਿਬ ਅੱਗੇ ਦਰਖਾਸਤ ਹੈ ਕਿ ਮੈਨੂੰ ਇਨਸਾਫ ਮੁਹੱਈਆ ਕੀਤਾ ਜਾਏ। ਆਇਆ ਜਿਹਨੇ ਵੀ ਚੋਰੀ ਕੀਤਾ, ਜਿਹੜਾ ਵੀ ਉਹਦਾ ਮੁਜਰਮ ਹੈ ਮੇਰੇ ਸਾਹਮਣੇ ਲਿਆਇਆ ਜਾਏ, ਮੇਰੀ ਜਾਨ ਮਾਲ ਦਾ ਤਹਫ਼ੁਜ਼ ਕੀਤਾ ਜਾਏ। ਅੱਛਾ, ਤੁਸੀਂ ਇਹ ਸਮਝਦੇ ਹੋ ਕਿ ਉਹਨਾਂ ਕੋਲ ਆਉਣ ਤੋਂ ਪਹਿਲੇ ਕੋਈ ਵਾਰੰਟ ਦਿਖਾਏ? ਸਾਰੇ ਵਾਰੰਟ ਮੇਰੇ ਹਮਸਾਏ ਸਾਹਮਣੇ ਆਏ ਨੇ, ਪੁੱਛਣ ਆ ਤੇ ਉਹਨਾਂ ਨੂੰ ਗਾਲਾਂ ਕੱਢ ਕੇ ਭੇਜੇ ਹੈ। ये पुलिस का रवैया है, ये पुलिस का रवैया जो हमारे मुहाफिज हैं, जो हमें तहफ़्फ़ुज़ फराहम करने वाले हैं। वो मेरे महल्लेदार ने मेरे पिंड तो बाहर घर ਇੱਥੇ ਸੀ 10 ਤੋਂ 12 ਮਕਾਨ ਦੀ ਹਾਲਤ ਹੈ ਨਹੀਂ। ਤੈਨੂੰ ਕਾਹ ਤੋਂ ਗਾਲਾਂ ਕੱਢੀਆਂ ਜੀ? ਉਹ ਆ ਕੇ ਵੇਖਦੇ ਕਿ ਹੁਣੇ ਤੇ ਵੇ ਸਿੰਦਾ ਫਿਰ ਇਸ ਕਿਉਂ ਕਰਦੇ ਨੇ? ਉਹਨਾਂ ਦੇ ਬੰਦੇ ਉਹਨਾਂ ਦੇ ਨਾਲ ਬੜੇ ਗਲਤ ਅਲਫਾਜ਼ ਹੋਏ ਨੇ। ਸਾਹਮਣੇ ਦੇ ਇੱਕ ਛੋਟਾ ਬੱਚਾ ਇਸ ਟਾਈਮ ਇੱਥੇ ਹੀ ਆਇਆ, ਇਹਨੂੰ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਗਈਆਂ। ਫਿਰ ਮਾਵਾਂ ਦਾ ਨਹੀਂ ਦਿਲ ਕਰਦਾ ਕਿ ਅਸੀਂ ਬੱਚੇ ਮੁਸ਼ਕਲ ਨਾਲ ਪਾਲਨੇ ਆ, ਮਰਵਾਈਏ। ਉਹਦੀ ਅੰਮਾ ਨੇ ਬੜੀ ਜ਼ਬਰਦਸਤੀ ਉਹਨੂੰ ਘਰ ਰੋਕਿਆ ਮੁਸ਼ਕਲ ਦੇ ਨਾਲ। ਵੱਡੇ ਵਿਚਾਰੇ ਦੇ ਅੱਗੇ ਡਰੇ ਪਏ ਨੇ, ਬੱਚਿਆਂ ਪਾਲਣੇ ਨੇ।
क्या ਤੁਸੀਂ ਸਮਝਦੇ ਹੋ ਕਿ ਪੁਲਿਸ ਨੇ ਜੋ ਜਿਹੜਾ ਕੰਮ ਕੀਤਾ ਹੈ ਕਾਨੂੰਨ ਦੇ ਮੁਤਾਬਕ ਕੀਤਾ ਹੈ? ਸਾਡੇ ਕਾਨੂੰਨ ਦੇ ਮੁਤਾਬਕ ਹੋਏ ਤਾਂ ਸਾਨੂੰ ਜੁੱਤੀਆਂ ਵੀ ਮਾਰਨ ਤੇ ਅਸੀਂ ਤਿਆਰ ਆ। ਮੈਨੂੰ ਬਸ ਇਸ ਚੀਜ਼ ਦਾ ਜਵਾਬ ਦੇਵੋ ਕਿ ਮੈਂ ਜ਼ਮਾਨਤ ਕਾਹਦੇ ਲਈ ਹੈ, ਅਦਾਲਤਾਂ ਕਾਹਦੇ ਲਈ ਬਿਠਾਈਆਂ ਨੇ? ਜਿਹੜੇ ਜੱਜ ਸਾਹਿਬ ਨੇ ਜਿਨ੍ਹਾਂ ਸਾਨੂੰ ਜ਼ਮਾਨਤ ਦਿੱਤੀ ਹੈ, ਉਹਨਾਂ ਕੋਈ ਸੋਚ ਸਮਝ ਕੇ ਨਹੀਂ ਦਿੱਤੀ। ਸਾਡਾ ਕੀ ਇੰਨਾ ਵੱਡਾ ਜੁਰਮ ਹੋ ਗਿਆ ਕਿ ਅਸੀਂ ਜ਼ਮਾਨਤ ਦੇ ਵਿੱਚ ਹੈ ਕੁਝ ਫੇਸ ਕਰਨੇ ਆ? ਸਾਡੀ ਜ਼ਮਾਨਤ ਨਹੀਂ ਹੈ, ਫਰਜ਼ ਕੋਲ ਨਹੀਂ ਜ਼ਮਾਨਤ ਹੈ। ਸਾਡੇ ਘਰ ਤਾਲੇ ਲੱਗੇ ਦੇ ਨੇ, ਸਾਡੇ ਘਰ ਕੋਈ ਬੀਬੀ ਕੋਈ ਜੀ ਨਹੀਂ ਹੈ। ਇਹ ਕਿੰਜ ਅੰਦਰ ਆਏ? ਇਹਨਾਂ ਨੂੰ ਕਿਹੜੇ ਕਾਨੂੰਨ ਨੇ ਇਖਤਿਆਰ ਦਿੱਤੇ ਕਿ ਤੁਸੀਂ ਦਰਵਾਜ਼ੇ ਤੋੜੋ? ਅੰਦਰ ਆ ਕੇ ਕੀ ਪੁਲਿਸ ਦਾ ਰਵੱਈਆ ਜਾਂ ਸਟੇਟ ਦੇ ਮੁਹਾਫਜ਼ਾਂ ਦਾ ਰਵੱਈਆ ਸਰਜੀ ਵਾਲਾ? ਇਹਦੇ ਚ ਫਰਜ਼ ਕਰੋ। ਮੇਰੇ ਤੋਂ ਸਭ ਨਾਲੋਂ ਵੱਡਾ ਜੁਰਮ ਕੀ ਸਮਝਦੇ ਹੋ ਤੁਸੀਂ? ਉਹ ਹੀ ਮੇਰੇ ਤੇ ਆਇਦ ਕਰ ਲਵੋ। ਮੈਂ ਘਰ ਨਹੀਂ ਤੇ ਮੇਰੇ ਘਰ ਨਾਲ ਇਹ ਕੀਤਾ ਜਾਏਗਾ। नाज़रीन, आईजी पंजाब साहब बार बार ये बात कहते हैं कि पुलिस का रवैया आम शहरियों के साथ अच्छा होना चाहिए। पुलिस को चाहिए कि आम शहरियों के साथ कोऑपरेट करे, लेकिन जैसे ये पुलिस का रवैया होगा, आम शहरी कैसे उनके साथ कोऑपरेट करेगा? अच्छा सर, मैं इस मामले का इंसाफ लेने वास्ते वकीलों नाल भी रिव्यू किया। ठीक है। पहले नंबर तो साढ़े वकील भी कुछ केस नहीं फड़ते जिन्होंने पुलिस का नाम आंदा। ਜਿਹੜੇ ਵਕੀਲ ਸਾਹਿਬ ਨੇ ਸਾਡਾ ਕੇਸ ਭਰਿਆ ਕਿ ਅਸੀਂ ਡੀਪੀਓ ਦੇ ਕੋਲ ਜਾਈਏ, ਡੀਐਸਪੀ ਕੋਲ ਜਾਈਏ, ਉਹ ਵੀ ਜਦੋਂ ਪੁਲਿਸ ਦਾ ਨਾਮ ਆਉਂਦਾ ਹੈ ਘਰ ਵੀ ਸੋ ਜਾਂਦੀ। ਮੈਂ 18 ਤਰੀਕ ਨੂੰ ਇਸ ਮਾਮਲੇ ਦੀ ਦਰਾਸ ਲੈ ਕੇ ਜਾ ਰਹੇ ਆ। ਮੇਰੀ ਕੱਲ ਦਰਾਸ ਬੜੀ ਮੁਸ਼ਕਲ ਦੇ ਨਾਲ ਵੀ ਜਮ੍ਹਾਂ ਹੋਈ ਹੈ ਕਿ ਤੁਹਾਡੇ ਜੇ ਭਰਾ ਦੇ ਵਸੂਲ ਦੇ ਨਾਲ ਮੇਰੇ ਇਹ ਤੇ ਦਰਾਸ ਵੀ ਨਹੀਂ ਸੁਣਦੇ ਪਏ। ਡੀਐਸਪੀ ਰਾਣਾ ਨਜ਼ੀਮ ਸਾਹਿਬ ਨੂੰ ਉਹਨਾਂ ਕੋਲ ਬੜੀ ਉਮੀਦ ਹੈ, ਉਹਨਾਂ ਕੋਲ ਮੇਰਾ ਕੇਸ ਕੀ ਹੈ, ਮੇਰੇ ਤੇ ਇਨਸ਼ਾਅੱਲਾ ਮੇਰਾ ਫੈਸਲਾ ਕਰਨਗੇ।